ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ ਦੋਸਤੋ। ਸੋ ਅੱਜ ਨਿਰਵੈਰ ਵਿਜ਼ਡਮ ਹੱਬ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੈਪੀ ਰਿਪਬਲਿਕ ਡੇ। ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਉਸ ਵਿਚਾਰਧਾਰਾ ਉੱਤੇ ਗੱਲ ਕਰਨੀ ਹੈ ਜਿਸ ਦੀ ਬੁਨਿਆਦ ਤੇ ਉਹਨਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਤੇ ਨਾਲ ਹੀ ਅਸੀਂ ਗੱਲ ਕਰਾਂਗੇ ਡਾਕਟਰ ਸਾਹਿਬ ਦੀ ਜ਼ਿੰਦਗੀ ਦੇ ਕੁਝ ਅਜਿਹੇ ਕਿੱਸਿਆਂ ਬਾਰੇ ਜਿਹੜੇ ਕਿ ਤੁਸੀਂ ਹੋਰ ਕਿਤੇ ਨਹੀਂ ਸੁਣੇ ਹੋਣਗੇ। ਸੋ ਅੱਜ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਦੋਸਤੋ ਅੰਗਰੇਜ਼ਾਂ ਦੇ ਜਾਣ ਦੀ ਸਾਡੇ ਭਾਰਤ ਦੇ ਵਿੱਚ ਖੁਸ਼ੀ ਤਾਂ ਬਹੁਤ ਮਨਾਈ ਜਾਂਦੀ ਹੈ, ਪਰ ਬੜੇ ਘੱਟ ਲੋਕ ਇਸ ਗੱਲ ਤੋਂ ਜਾਣੂ ਨੇ ਕਿ ਭਾਵੇਂ ਅੰਗਰੇਜ਼ਾਂ ਨੇ ਭਾਰਤ ਦੀ ਇਨਫਰਾਸਟ੍ਰਕਚਰਲ ਤਰੱਕੀ ਤਾਂ ਬਹੁਤ ਕਰਾਈ ਪਰ ਭਾਰਤ ਨੂੰ ਅੰਦਰੋਂ ਖੋਖਲਾ ਕਰ ਦਿੱਤਾ। ਸੋ 1947 ਤੱਕ ਆਉਂਦੇ ਦੇਸ਼ ਬਹੁਤ ਕੁਝ ਖੋ ਚੁੱਕਿਆ ਸੀ ਤੇ ਬਹੁਤ ਕਮਜ਼ੋਰ ਹੋ ਗਿਆ ਸੀ ਤੇ ਆਜ਼ਾਦੀ ਤੋਂ ਬਾਅਦ ਸਾਡੇ ਲੀਡਰਾਂ ਦੇ ਸਿਰ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿ ਦੇਸ਼ ਨੂੰ ਆਪਣੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਹੈ ਤੇ ਉਸ ਤੋਂ ਵੀ ਵੱਡਾ ਸਵਾਲ ਇਹ ਸੀ ਕਿ ਇਸ ਦੇਸ਼ ਦੀ ਰੂਪਰੇਖਾ ਕਿਹੋ ਜਿਹੀ ਹੋਵੇਗੀ। ਦੋਸਤੋ ਤੁਸੀਂ ਇਹ ਗੱਲ ਤਾਂ ਜ਼ਰੂਰ ਸੁਣੀ ਹੋਣੀ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ 100 ਕਿਲੋਮੀਟਰ ਤੋਂ ਬਾਅਦ ਭਾਸ਼ਾ ਬਦਲ ਜਾਂਦੀ ਹੈ। ਕਿੰਨੇ ਹੀ ਧਰਮ, ਕਿੰਨੀਆਂ ਜਾਤੀਆਂ, ਬਾਬੇ, ਮਰਿਆਦਾਵਾਂ, ਸੱਭਿਆਚਾਰ ਤੇ ਹਰੇਕ ਦਾ ਆਪਣਾ ਇਤਿਹਾਸ ਅਤੇ ਸੰਸਕ੍ਰਿਤੀ ਤੇ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਇਹ ਹੈ ਕਿ ਹਰੇਕ ਕੌਮ ਨੂੰ ਆਪਣੇ ਇਤਿਹਾਸ ਅਤੇ ਸੰਸਕ੍ਰਿਤੀ ਤੇ ਬਹੁਤ ਜ਼ਿਆਦਾ ਮਾਣ ਹੈ। ਫਿਰ ਚਾਹੇ ਇਤਿਹਾਸ ਕੁਝ ਖਾਸ ਨਾ ਵੀ ਹੋਵੇ ਉਸ ਨੂੰ ਧੱਕੇ ਨਾਲ ਵਧਾ ਚੜਾ ਕੇ ਗੌਰਵਮਈ ਇਤਿਹਾਸ ਕਹਿ ਕੇ ਬਾਕੀਆਂ ਦੇ ਸਾਹਮਣੇ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਸਾਡੇ ਲੀਡਰਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀ ਕਿ ਇੰਨੀਆਂ ਸਾਰੀਆਂ ਕੌਮਾਂ ਨੂੰ ਇੱਕ ਹਕੂਮਤ ਦੇ ਥੱਲੇ ਅਮਨ ਸ਼ਾਂਤੀ ਨੂੰ ਕਾਇਮ ਰੱਖ ਕੇ ਸਭ ਨੂੰ ਖੁਸ਼ ਵੀ ਰੱਖਣਾ ਤੇ ਸਮੇਂ ਦੇ ਹਾਣੀ ਬਣਦੇ ਹੋਏ ਤਰੱਕੀ ਦੇ ਰਾਹ ਤੇ ਵੀ ਪੈਣਾ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਇਹ ਕਿੰਨਾ ਜ਼ਿਆਦਾ ਔਖਾ ਹੋਣਾ ਹੈ। ਦੋਸਤੋ ਉਸ ਵਕਤ ਦੇਸ਼ ਦਾ ਸੰਵਿਧਾਨ ਲਿਖਣ ਵਾਸਤੇ ਇੱਕ ਅਜਿਹੇ ਬੰਦੇ ਦੀ ਲੋੜ ਸੀ ਜਿਸ ਨੂੰ ਦੁਨੀਆ ਦੀ ਇਕਨੋਮਿਕਸ ਅਤੇ ਪੋਲਿਟਿਕਸ ਦੀ ਨੌਲੇਜ ਹੋਵੇ ਤੇ ਦੁਨੀਆ ਵਿੱਚ ਵਸਦੀਆਂ ਡਿਵੈਲਪਡ ਸੁਸਾਇਟੀਆਂ ਕਿਵੇਂ ਡਿਵੈਲਪ ਹੋਈਆਂ ਇਸ ਦੀ ਵੀ ਸਮਝ ਹੋਵੇ ਤੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ ਹੈ ਇਸ ਦੀ ਵੀ ਸਮਝ ਹੋਵੇ ਤੇ ਨਾਲ ਹੀ ਥੋੜੇ ਬਹੁਤੇ ਕ੍ਰਾਂਤੀਕਾਰੀ ਵਿਚਾਰ ਵੀ ਰੱਖਦਾ ਹੋਵੇ। ਤੇ ਡਾਕਟਰ BR ਅੰਬੇਦਕਰ ਸਾਹਿਬ ਨੂੰ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਦੇਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹਨਾਂ ਦੇ ਵਿੱਚ ਇਹ ਸਾਰੀਆਂ ਖੂਬੀਆਂ ਤਾਂ ਸੀਗੀਆਂ ਹੀ, ਸਗੋਂ ਡਾਕਟਰ ਸਾਹਿਬ ਉਸ ਵਕਤ ਦੇਸ਼ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਹੋਏ ਲੋਕਾਂ ਵਿੱਚੋਂ ਇੱਕ ਸੀ ਤੇ ਦੇਸ਼ ਵਿੱਚ ਵਸਦੇ ਉਹ ਲੋਕ ਜਿਨ੍ਹਾਂ ਨੂੰ ਛੋਟੀ ਜਾਤੀ ਦਾ ਕਿਹਾ ਜਾਂਦਾ ਸੀ ਉਹ ਡਾਕਟਰ ਸਾਹਿਬ ਨੂੰ ਆਪਣਾ ਲੀਡਰ ਮੰਨਦੇ ਸੀ। ਅਸੀਂ ਇਹ ਤਾਂ ਜਾਣਦੇ ਹਾਂ ਕਿ ਡਾਕਟਰ BR ਅੰਬੇਦਕਰ ਸਾਹਿਬ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ, ਪਰ ਸਾਡੇ ਵਿੱਚੋਂ ਬਹੁਤ ਘੱਟ ਲੋਕ ਹੋਣੇ ਜਿਨ੍ਹਾਂ ਨੂੰ ਪਤਾ ਹੋਵੇ ਕਿ ਡਾਕਟਰ ਸਾਹਿਬ ਕਿਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਾਲਕ ਸੀਗੇ। ਦੋਸਤੋ ਉਹਨਾਂ ਦਾ ਜਨਮ ਹਾਰ ਜਾਤੀ ਦੇ ਵਿੱਚ ਹੋਇਆ ਸੀ ਜਿਸ ਦੇ ਕਰਕੇ ਸਮਾਜ ਨੇ ਉਹਨਾਂ ਨਾਲ ਸ਼ੁਰੂ ਤੋਂ ਹੀ ਵਿਤਕਰਾ ਕੀਤਾ। ਸਕੂਲ ਦੀ ਪੜ੍ਹਾਈ ਤੋਂ ਲੈ ਕੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣਨ ਤੱਕ ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੇ ਬਚਪਨ ਦਾ ਇੱਕ ਕਿੱਸਾ ਤੁਹਾਨੂੰ ਦੱਸਦੇ ਹਾਂ। ਇੱਕ ਵਾਰ ਦੀ ਗੱਲ ਹੈ ਕਿ ਅੰਬੇਦਕਰ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੈਂ ਪੜ੍ਹਨਾ ਚਾਹੁੰਦਾ ਤੇ ਅੰਬੇਦਕਰ ਦੇ ਪਿਤਾ ਨੇ ਵੀ ਸੋਚਿਆ ਕਿ ਜੇਕਰ ਇਹ ਪੜ੍ਹ ਲਿਖ ਜਾਵੇ ਤਾਂ ਆਪਣੀ ਜ਼ਿੰਦਗੀ ਵਧੀਆ ਜੀ ਲਵੇਗਾ, ਨਹੀਂ ਤਾਂ ਸਾਰੀ ਉਮਰ ਮੇਰੇ ਵਾਂਗ ਧੱਕੇ ਖਾਂਦਾ ਰਹੇਗਾ। ਤਾਂ ਉਸ ਦੇ ਪਿਤਾ ਉਸ ਨੂੰ ਇੱਕ ਸਕੂਲ ਵਿੱਚ ਲੈ ਗਏ ਪਰ ਉੱਥੋਂ ਦੇ ਟੀਚਰਾਂ ਨੇ ਕਿਹਾ ਕਿ ਤੇਰਾ ਮੁੰਡਾ ਛੋਟੀ ਜਾਤੀ ਤੋਂ ਹੈ, ਅਸੀਂ ਇਸ ਨੂੰ ਪੜ੍ਹਾ ਨਹੀਂ ਸਕਦੇ। ਪਰ ਜਦ ਉਹਨਾਂ ਦੇ ਪਿਤਾ ਨੇ ਟੀਚਰਾਂ ਦੀ ਮਿਹਨਤਾਂ ਕੀਤੀਆਂ ਤਾਂ ਅੰਬੇਦਕਰ ਨੂੰ ਕਿਹਾ ਗਿਆ ਕਿ ਉਹ ਕਲਾਸ ਦੇ ਬਾਹਰ ਦਰਵਾਜ਼ੇ ਕੋਲ ਜ਼ਮੀਨ ਤੇ ਬੈਠ ਕੇ ਪੜ੍ਹੇਗਾ, ਕਿਉਂਕਿ ਉਸ ਵਕਤ ਦੇ ਲੋਕ ਇਹ ਮੰਨਦੇ ਸੀ ਕਿ ਜੇਕਰ ਛੋਟੀ ਜਾਤੀ ਵਾਲਾ ਕਿਸੇ ਨੂੰ ਟੱਚ ਕਰ ਦਵੇ ਜਾਂ ਫਿਰ ਉਸ ਦਾ ਪਰਛਾਵਾਂ ਵੀ ਕਿਸੇ ਉੱਤੇ ਪੈ ਜਾਵੇ ਤਾਂ ਉਹ ਇਨਸਾਨ ਅਪਵਿੱਤਰ ਹੋ ਜਾਂਦਾ ਹੈ। ਤੇ ਇੱਕ ਵਾਰ ਅੰਬੇਦਕਰ ਨੂੰ ਟੀਚਰ ਨੇ ਕਿਹਾ ਕਿ ਬਲੈਕ ਬੋਰਡ ਤੇ ਲਿਖੇ ਹੋਏ ਸਵਾਲ ਨੂੰ ਸੋਲਵ ਕਰਕੇ ਦਿਖਾਵੇ। ਤਾਂ ਜਦ ਅੰਬੇਦਕਰ ਉੱਠ ਕੇ ਆਏ ਤਾਂ ਕਲਾਸ ਵਿੱਚ ਬੈਠੇ ਸਾਰੇ ਬੱਚੇ ਭੱਜ ਕੇ ਆਪਣੇ ਬੈਗ ਚੁੱਕਣ ਲੱਗੇ ਕਿਉਂਕਿ ਸਾਰਿਆਂ ਦਾ ਬੈਗ ਬਲੈਕ ਬੋਰਡ ਦੇ ਕੋਲ ਪਿਆ ਸੀ ਤੇ ਬੈਗ ਵਿੱਚ ਖਾਣ ਦੀਆਂ ਚੀਜ਼ਾਂ ਪਈਆਂ ਸੀ। ਉਹਨਾਂ ਬੱਚਿਆਂ ਦਾ ਕਹਿਣਾ ਸੀ ਕਿ ਕਿਤੇ ਛੋਟੀ ਜਾਤ ਵਾਲੇ ਦਾ ਪਰਛਾਵਾਂ ਸਾਡੇ ਖਾਣੇ ਨੂੰ ਅਪਵਿੱਤਰ ਨਾ ਕਰ ਦੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੂੰ ਕਿੰਨਾ ਦਰਦ ਸਹਿਣਾ ਪੈਂਦਾ ਹੋਣਾ, ਕਿਉਂਕਿ ਅਜਿਹੇ ਹੋਰ ਵੀ ਬਹੁਤ ਕਿੱਸੇ ਨੇ ਜਦ ਅੰਬੇਦਕਰ ਨੂੰ ਉਸ ਦੀ ਛੋਟੀ ਜਾਤੀ ਦੇ ਕਾਰਨ ਹਿਊਮਿਲੀਏਟ ਕੀਤਾ ਗਿਆ। ਪਰ ਦੋਸਤੋ ਸ਼ਾਇਦ ਇਹ ਦਰਦ ਹੀ ਸੀ ਜਿਸ ਨੇ ਡਾਕਟਰ ਸਾਹਿਬ ਨੂੰ ਇੱਕ ਮਹਾਨ ਸ਼ਖਸੀਅਤ ਬਣਾਇਆ, ਕਿਉਂਕਿ ਦੋਸਤੋ ਦਰਦ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ ਇਨਸਾਨ ਨੂੰ ਤਰੱਕੀ ਕਰਨ ਲਈ, ਉਸ ਨੂੰ ਅੱਗੇ ਵਧਣ ਲਈ ਮਜਬੂਰ ਕਰਦੀ ਹੈ। ਤੇ ਡਾਕਟਰ ਸਾਹਿਬ ਨੇ ਤਰੱਕੀ ਦੁਨੀਆ ਦਾ ਸਭ ਤੋਂ ਤਕੜਾ ਹਥਿਆਰ ਚਲਾ ਕੇ ਕੀਤੀ ਜਿਸ ਨੂੰ ਅਸੀਂ ਐਜੂਕੇਸ਼ਨ ਕਹਿੰਦੇ ਹਾਂ। ਉਹਨਾਂ ਨੇ ਬੰਬੇ ਯੂਨੀਵਰਸਿਟੀ ਤੋਂ BA ਕੀਤੀ ਤੇ ਫਿਰ ਯੂਨੀਵਰਸਿਟੀ ਆਫ ਕੋਲੰਬੀਆ ਅਮਰੀਕਾ ਦੇ ਵਿੱਚ ਉਹਨਾਂ ਨੇ MA ਅਤੇ PhD ਕੀਤੀ ਜਿਸ ਦੇ ਵਿੱਚ ਉਹਨਾਂ ਨੇ 29 ਕੋਰਸ ਇਕਨੋਮਿਕਸ ਦੇ, 11 ਹਿਸਟਰੀ ਦੇ, 6 ਸੋਸ਼ੀਓਲੋਜੀ ਦੇ, 5 ਫਿਲਾਸਫੀ ਦੇ, 4 ਐਂਥਰੋਪੋਲੋਜੀ ਦੇ ਤੇ 3 ਕੋਰਸ ਪੋਲਿਟਿਕਸ ਦੇ ਕੀਤੇ ਸੀ। ਤੇ ਉਸ ਤੋਂ ਬਾਅਦ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ MSc ਬੈਰਿਸਟਰ ਐਟ ਲਾਅ ਅਤੇ DSc ਕੀਤੀ। ਤੇ ਦੋਸਤੋ ਸਾਡੇ ਦੇਸ਼ ਦੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਵੀ
ਇਹਨਾਂ ਦੀਆਂ ਲਿਖੀਆਂ ਦੋ ਕਿਤਾਬਾਂ ਦੇ ਆਧਾਰ ਤੇ ਕੀਤੀ ਸੀ। ਪਹਿਲੀ ਸੀ ਦ ਪ੍ਰੋਬਲਮ ਆਫ ਦ ਰੂਪੀ ਤੇ ਦੂਸਰੀ ਸੀ ਦ ਐਵੋਲੂਸ਼ਨ ਆਫ ਪ੍ਰੋਵਿੰਸ਼ੀਅਲ ਫਾਈਨੈਂਸ ਇਨ ਬ੍ਰਿਟਿਸ਼ ਇੰਡੀਆ। ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਨੇ ਕਿੰਨੀ ਜ਼ਿਆਦਾ ਪੜ੍ਹਾਈ ਲਿਖਾਈ ਕੀਤੀ ਸੀ ਤੇ ਇਹਨਾਂ ਦੀ ਸੂਝ-ਬੂਝ ਨੂੰ ਸਾਰੀ ਦੁਨੀਆ ਅੱਜ ਵੀ ਸਲਾਮ ਕਰਦੀ ਹੈ। ਇਹਨਾਂ ਦਾ ਮੰਨਣਾ ਸੀ ਕਿ ਸਾਡੇ ਭਾਰਤ ਦਾ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਜਾਤੀਵਾਦ, ਜੈਂਡਰ ਇਨਇਕੁਐਲਿਟੀ ਤੇ ਅੰਧ ਵਿਸ਼ਵਾਸ ਵਰਗੇ ਰਾਖਸ਼ ਇੱਥੇ ਬੈਠੇ ਨੇ। ਭਾਰਤ ਨੂੰ ਇੱਕ ਸਫਲ ਲੋਕਤੰਤਰ ਬਣਾਉਣ ਵਾਸਤੇ ਪਹਿਲਾਂ ਸਾਨੂੰ ਸਮਾਜ ਦੇ ਵਿੱਚ ਲੋਕਤੰਤਰ ਲਿਆਉਣਾ ਪਊ। ਹਰ ਇਨਸਾਨ ਨੂੰ ਆਪਣੀ ਵਿਅਕਤੀਗਤ ਆਜ਼ਾਦੀ ਅਤੇ ਬਰਾਬਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜੇਕਰ ਧਰਮ, ਜਾਤੀ, ਜੈਂਡਰ ਜਾਂ ਫਿਰ ਅਮੀਰੀ ਜਾਂ ਗਰੀਬੀ ਦੀ ਬੁਨਿਆਦ ਤੇ ਸਮਾਜ ਦੇ ਵਿੱਚ ਭੇਦਭਾਵ ਹੁੰਦਾ ਰਿਹਾ ਤਾਂ ਅਸੀਂ ਅੱਗੇ ਨਹੀਂ ਵੱਧ ਪਾਵਾਂਗੇ। ਦੋਸਤੋ, ਡਾਕਟਰ ਸਾਹਿਬ ਭਾਰਤੀ ਸਮਾਜ ਨੂੰ ਇੰਜ ਦੇਖਣਾ ਚਾਹੁੰਦੇ ਸੀ ਜਿੱਥੇ ਨਾ ਹੀ ਕੋਈ ਦਬਾਉਣ ਵਾਲਾ ਹੋਵੇ ਤੇ ਨਾ ਹੀ ਕੋਈ ਦੱਬਣ ਵਾਲਾ ਹੋਵੇ ਤੇ ਸਮਾਜਿਕ ਲੋਕਤੰਤਰ ਯਾਨੀ ਕਿ ਸੋਸ਼ਲ ਡੈਮੋਕ੍ਰੇਸੀ ਤਾਂ ਆਵੇਗੀ ਜੇ ਹਰੇਕ ਇਨਸਾਨ ਦੇ ਹੱਕ ਕਾਨੂੰਨ ਦੁਆਰਾ ਨਹੀਂ ਸਗੋਂ ਲੋਕਾਂ ਦੇ ਜ਼ਮੀਰ ਦੁਆਰਾ ਪ੍ਰੋਟੈਕਟ ਕੀਤਾ ਜਾਏਗਾ। ਕਹਿਣ ਤੋਂ ਮਤਲਬ ਕਿ ਜਦ ਹਰ ਇਨਸਾਨ ਆਪਣੀ ਤੇ ਸਮਾਜ ਵਿੱਚ ਰਹਿੰਦੇ ਲੋਕਾਂ ਦੀ ਪਰਸਨਲ ਪ੍ਰਾਈਵੇਸੀ ਅਤੇ ਫਰੀडम ਦੀ ਰਿਸਪੈਕਟ ਕਰੇਗਾ, ਜਦ ਹਰ ਇਨਸਾਨ ਇਹ ਸੋਚੇਗਾ ਕਿ ਸਮਾਜ ਵਿੱਚ ਰਹਿੰਦਿਆਂ ਹੋਇਆਂ ਸਮਾਜ ਪ੍ਰਤੀ ਮੇਰੇ ਫਰਜ਼ ਕੀ ਨੇ ਤੇ ਉਹਨਾਂ ਫਰਜ਼ਾਂ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਏਗਾ ਤੇ ਸਿਰਫ ਬਰਾਬਰੀ ਮੰਗਣੀ ਹੀ ਨਹੀਂ ਸਗੋਂ ਬਰਾਬਰੀ ਦੇਣੀ ਵੀ ਸ਼ੁਰੂ ਕਰੇਗਾ, ਉਦੋਂ ਸੋਸ਼ਲ ਡੈਮੋਕ੍ਰੇਸੀ ਆ ਸਕਦੀ ਹੈ। ਤੇ ਦੋਸਤੋ, ਅੱਜ ਜਦ ਅਸੀਂ ਕਹਿੰਦੇ ਆ ਕਿ ਸਾਡਾ ਸਿਸਟਮ ਕਰਪਟ ਹੈ, ਲੀਡਰ ਬੇਈਮਾਨ ਨੇ, ਦੇਸ਼ ਵਿੱਚ ਸਿਰਫ ਨਾਂ ਦੀ ਹੀ ਡੈਮੋਕ੍ਰੇਸੀ ਹੈ, ਸਿਰਫ ਧੱਕੇ ਹੀ ਨੇ, ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ 2022 ਦੇ ਵਿੱਚ ਵੀ ਸਾਡੀ ਸੋਸ਼ਲ ਡੈਮੋਕ੍ਰੇਸੀ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਹੈ। ਕਿਉਂਕਿ ਦੋਸਤੋ, ਜਦ ਸਾਡਾ ਸਮਾਜ ਸੋਹਣਾ ਹੋਏਗਾ, ਲੀਡਰ, ਸਿਸਟਮ, ਪੋਲੀਟੀਕਲ ਡੈਮੋਕ੍ਰੇਸੀ ਆਪਣੇ ਆਪ ਸੋਹਣੀ ਹੋ ਜਾਵੇਗੀ। ਦੋਸਤੋ, ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਡਾਕਟਰ ਸਾਹਿਬ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਸ਼ ਦਾ ਦਲਿਤ ਵਰਗ ਜਿਸ ਨੂੰ ਕਿ ਹਜ਼ਾਰਾਂ ਸਾਲਾਂ ਤੋਂ ਦਬਾਇਆ ਜਾਂਦਾ ਸੀ, ਉਹਨਾਂ ਦਲਿਤਾਂ ਨੂੰ ਉਹਨਾਂ ਦੇ ਫੰਡਾਮੈਂਟਲ ਰਾਈਟਸ ਦਿਵਾਉਣ ਦਾ ਉਦੇਸ਼ ਮਿਥ ਲਿਆ। ਪਹਿਲਾਂ ਤਾਂ ਉਹ ਚਾਹੁੰਦੇ ਸੀ ਕਿ ਦਲਿਤਾਂ ਨੂੰ ਵੀ ਸਿੱਖਾਂ ਅਤੇ ਮੁਸਲਮਾਨਾਂ ਦੇ ਵਾਂਗ ਮਾਈਨੋਰਿਟੀ ਦਾ ਦਰਜਾ ਮਿਲ ਜਾਵੇ, ਕਿਉਂਕਿ ਉਹ ਜਾਣਦੇ ਸੀ ਕਿ ਹਿੰਦੂ ਧਰਮ ਦੇ ਵਿੱਚ ਰਹਿ ਕੇ ਕੁਝ ਨਹੀਂ ਹੋ ਸਕਦਾ, ਕਿਉਂਕਿ ਉਸ ਵਕਤ ਕੋਈ ਵੀ ਹਿੰਦੂ ਧਰਮ ਨੂੰ ਅਤੇ ਜਾਤੀਵਾਦ ਨੂੰ ਵੱਖ ਕਰਕੇ ਨਹੀਂ ਦੇਖ ਪਾਉਂਦਾ ਸੀ। ਪਰ ਕਈ ਸਿਆਸੀ ਮਜਬੂਰੀਆਂ ਦੇ ਕਾਰਨ ਉਹ ਮਾਈਨੋਰਿਟੀ ਦਾ ਦਰਜਾ ਤਾਂ ਨਹੀਂ ਦਵਾ ਪਾਏ, ਪਰ ਦਲਿਤਾਂ ਨੂੰ ਰਿਜ਼ਰਵੇਸ਼ਨ ਜ਼ਰੂਰ ਦਵਾ ਗਏ। ਉਹ ਕਹਿੰਦੇ ਸੀ ਕਿ ਸਾਨੂੰ ਦਿਲਾਸੇ ਜਾਂ ਫਿਰ ਝੂਠੇ ਆਸ਼ਵਾਸਨ ਨਹੀਂ ਚਾਹੀਦੇ, ਸਾਨੂੰ ਸਿਆਸੀ ਤਾਕਤ ਚਾਹੀਦੀ ਹੈ ਤੇ ਸਿਰਫ ਸਿਆਸੀ ਤਾਕਤ ਹੀ ਇੱਕ ਤਰੀਕਾ ਹੈ ਸਾਡੀ ਤਰੱਕੀ ਦਾ, ਜਿਸ ਤੋਂ ਅਸੀਂ ਅਣਜਾਣ ਨਹੀਂ। ਦੋਸਤੋ, ਡਾਕਟਰ ਸਾਹਿਬ ਨੇ ਦਲਿਤਾਂ ਦਾ ਸਨਮਾਨ ਵਧਾਉਣ ਵਾਸਤੇ ਧਰਮ ਪਰਿਵਰਤਨ ਦੇ ਰਾਹ ਤੇ ਜਾਣ ਦਾ ਵੀ ਸੋਚਿਆ। ਹੁਣ ਜਦ ਉਹਨਾਂ ਨੇ ਸੋਚਿਆ ਕਿ ਅਸੀਂ ਧਰਮ ਪਰਿਵਰਤਨ ਕਰ ਲਈਏ ਤਾਂ ਉਹਨਾਂ ਨੇ ਸਾਰੇ ਧਰਮਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਪਰ ਸਾਰਿਆਂ ਵਿੱਚੋਂ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਹਨਾਂ ਨੇ ਸਿੱਖ ਧਰਮ ਤੇ ਕਾਫੀ ਸਟੱਡੀ ਕਰਨ ਤੋਂ ਬਾਅਦ 6 ਕਰੋੜ ਦਲਿਤਾਂ ਦੇ ਨਾਲ ਸਿੱਖ ਧਰਮ ਅਪਣਾਉਣ ਦਾ ਫੈਸਲਾ ਵੀ ਕਰ ਲਿਆ ਸੀ, ਕਿਉਂਕਿ ਸਿੱਖ ਧਰਮ ਜਾਤੀਵਾਦ ਦਾ ਬੜੇ ਹੀ ਕਠੋਰ ਅਤੇ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਹੈ ਤੇ ਡਾਕਟਰ ਸਾਹਿਬ ਖੁਦ ਵੀ ਹਿੰਦੂ ਧਰਮ ਵਿੱਚ ਜਾਤੀਵਾਦ ਦੀ ਬਹੁਤ ਜ਼ਿਆਦਾ ਨਿੰਦਿਆ ਕਰਦੇ ਸੀ। ਪਰ ਮਿਲਦੇ ਵਿਚਾਰਾਂ ਦੇ ਬਾਵਜੂਦ ਵੀ ਉਹ ਸਿੱਖ ਨਹੀਂ ਬਣੇ, ਕਿਉਂਕਿ ਉਹ ਇਹ ਸਮਝ ਚੁੱਕੇ ਸੀ ਕਿ ਗੁਰਬਾਣੀ ਤਾਂ ਆਪਣੀ ਜਗ੍ਹਾ ਸਹੀ ਹੈ, ਪਰ ਸਿੱਖਾਂ ਦੀ ਗਰਾਊਂਡ ਰਿਐਲਿਟੀ ਕੁਝ ਹੋਰ ਹੈ। ਉਹਨਾਂ ਨੇ 1956 ਦੇ ਵਿੱਚ ਬੁੱਧ ਧਰਮ ਅਪਣਾਉਣ ਦਾ ਫੈਸਲਾ ਕੀਤਾ, ਕਿਉਂਕਿ ਬੁੱਧ ਧਰਮ ਵੀ ਕਾਸਟਿਜ਼ਮ ਦਾ ਵਿਰੋਧ ਕਰਦਾ ਹੈ ਤੇ ਬੁੱਧ ਧਰਮ ਦੇ ਕਈ ਸਿਧਾਂਤਾਂ ਦੇ ਨਾਲ ਅੰਬੇਦਕਰ ਸਾਹਿਬ ਸਹਿਮਤ ਸੀ। ਦੋਸਤੋ, ਅੰਬੇਦਕਰ ਸਾਹਿਬ ਦੇ ਲਿਖੇ ਹੋਏ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਭਾਰਤ ਇੱਕ ਆਜ਼ਾਦ ਸਮਾਜਵਾਦੀ ਧਰਮ ਨਿਰਪੱਖ ਲੋਕਤਾਂਤਰਿਕ ਦੇਸ਼ ਹੈ, ਜਿਸ ਵਿੱਚ ਸਭ ਤੋਂ ਸੁਪਰੀਮ ਦੇਸ਼ ਦਾ ਸੰਵਿਧਾਨ ਹੈ, ਜਿਹੜਾ ਕਿ ਭਰੋਸਾ ਦਿਵਾਉਂਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਹਰ ਤਰ੍ਹਾਂ ਦਾ ਇਨਸਾਫ, ਬਰਾਬਰੀ, ਆਜ਼ਾਦੀ ਦਿੱਤੀ ਜਾਵੇਗੀ ਤੇ ਦੇਸ਼ ਦੇ ਵਿੱਚ ਸਦਾ ਭਾਈਚਾਰਕ ਸਾਂਝ ਕਾਇਮ ਰਹੇਗੀ ਤੇ ਸਦਭਾਵਨਾ ਨੂੰ ਪ੍ਰਮੋਟ ਕੀਤਾ ਜਾਏਗਾ। ਤੇ ਦੋਸਤੋ, ਹੁਣ ਜਿਹੜੀ ਅਸੀਂ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ, ਇਹ ਤੁਸੀਂ ਹੋਰ ਕਿਤੇ ਨਹੀਂ ਸੁਣੀ ਹੋਣੀ। ਅੰਬੇਦਕਰ ਸਾਹਿਬ ਨੇ ਕਿਹਾ ਸੀ ਕਿ ਸੰਵਿਧਾਨ ਚਾਹੇ ਜਿੰਨਾ ਮਰਜ਼ੀ ਵਧੀਆ ਹੋਵੇ, ਜੇਕਰ ਉਸ ਨੂੰ ਵਰਤਣ ਵਾਲੇ ਸਿਆਸਤਦਾਨ ਬੇਈਮਾਨ ਕਿਸਮ ਦੇ ਨੇ ਤਾਂ ਉਸ ਦਾ ਕੋਈ ਫਾਇਦਾ ਨਹੀਂ, ਪਰ ਜੇਕਰ ਸੰਵਿਧਾਨ ਬੁਰਾ ਹੈ ਪਰ ਉਸ ਨੂੰ ਵਰਤਣ ਵਾਲੇ ਲੀਡਰ ਚੰਗੇ ਨੇ ਤਾਂ ਉਸ ਤੋਂ ਵਧੀਆ ਕੁਝ ਨਹੀਂ। ਸੋ ਦੋਸਤੋ, ਮੁੱਕ ਦੀ ਗੱਲ ਹੈ ਕਿ ਵੋਟ ਸੋਚ ਸਮਝ ਕੇ ਪਾਇਆ ਕਰੋ। ਵੋਟ ਉਸ ਨੂੰ ਪਾਓ ਜੋ ਅਸਲ ਵਿੱਚ ਤੁਹਾਡੀ ਵੋਟ ਦਾ ਹੱਕਦਾਰ ਹੈ, ਜੋ ਅਸਲ ਵਿੱਚ ਸਿਆਸੀ ਤਾਕਤ ਦੇ ਲਾਇਕ ਹੈ, ਜਿਸ ਕੋਲ ਕੋਈ ਗੁਣ ਹੈ, ਜਿਸ ਕੋਲ ਸਮਝ ਹੈ ਕਿ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਹੈ। ਕਿਉਂਕਿ ਜੇਕਰ ਸਾਡੇ ਲੀਡਰ ਸਿਆਣੇ ਨਹੀਂ ਹੋਣਗੇ ਤਾਂ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦਾ ਵੀ ਕੋਈ ਫਾਇਦਾ ਨਹੀਂ ਤੇ ਲੀਡਰ ਤਾਂ ਸਿਆਣੇ ਹੋਣਗੇ ਜੇ ਅਸੀਂ ਸਿਆਣੇ ਹੋਵਾਂਗੇ। ਸੋ ਅਸੀਂ ਸਮਾਜ ਵਿੱਚ ਰਹਿੰਦਿਆਂ ਹੋਇਆਂ ਆਪਣੇ ਫਰਜ਼ ਨਿਭਾਈਏ ਤੇ ਸੋਸ਼ਲ ਡੈਮੋਕ੍ਰੇਸੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੀਏ। ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਫਿਊਚਰ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ।